ਹਾਂਜੀ, ਜਿਹੜਾ ਡਿਪਾਰਟਮੈਂਟ ਹੈ ਇਹਦੇ ਮੇਨ ਮਕਸਦ ਦੇ ਵਿੱਚ ਫਸਟ ਪੁਆਇੰਟ ਹੈ ਟੂ ਇਨਕਰੀਜ਼ ਦਾ ਸ਼ੇਅਰ ਆਫ ਰੀਨਿਊਏਬਲ એનર્ਜੀ ਇਨ ਦਾ ਪਾਵਰ ਜਨਰੇਸ਼ਨ ਕੈਪੈਸਿਟੀ। ਸੈਕੰਡ ਪੁਆਇੰਟ ਕੀ ਹੈ? ਟੂ ਮੀਟ ਦਾ ਰਿਕੁਆਇਰਮੈਂਟ ਆਫ એનર્ਜੀ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਮੀਟ ਕਰਨਾ, એનર્ਜੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਕਿੱਥੇ? ਇਨ ਰੂਰਲ ਏਰੀਆਜ਼ ਫॉर देयर ਬੇਸਿਕ ਨੀਡ। ਰੂਰਲ ਏਰੀਆ ਦੇ ਵਿੱਚ, ਠੀਕ ਹੈ, ਪੇਂਡੂ ਏਰੀਏ ਦੇ ਵਿੱਚ ਜਿੰਨੀ ਵੀ એનર્ਜੀ ਦੀ ਰਿਕੁਆਇਰਮੈਂਟ ਹੈ ਬੇਸਿਕ ਨੀਡਸ ਦੇ ਲਈ, ਠੀਕ ਹੈ। ਕੁਕਿੰਗ ਕਰਦੇ ਹਾਂ ਆਪਾਂ, ਬੇਸਿਕ ਨੀਡਸ ਦੇ ਵਿੱਚ ਕੁਕਿੰਗ ਕਰਦੇ ਹਾਂ, ਕੋਈ ਹੀਟਿੰਗ ਕਰਦੇ ਹਾਂ, ਠੀਕ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਉਹਨਾਂ ਦੇ ਵਿੱਚ ਜਿਹੜੀ એનર્ਜੀ ਚਾਹੀਦੀ ਹੈ ਉਹਨਾਂ ਨੂੰ ਲੋੜਾਂ ਨੂੰ, ਬੇਸਿਕ ਲੋੜਾਂ ਦੀ એનર્ਜੀ ਨੂੰ ਪੂਰਾ ਕਰਨਾ, ਇਹ ਵੀ ਡਿਪਾਰਟਮੈਂਟ ਦਾ ਏਮ ਹੈ। ਤੀਜਾ ਹੈਗਾ ਮਿਨੀਮਾਈਜ਼ਿੰਗ ਦਾ ਹੈਲਥ ਰਿਸਕ ਨੂੰ ਮਿਨੀਮਾਈਜ਼ ਕਰਨਾ, ਘੱਟ ਤੋਂ ਘੱਟ ਕਰਨਾ। ਫੇਸਿੰਗ ਦਾ ਇੰਡੀਅਨ ਵੂਮਨ ਬਾਏ ਓਲਡ ਏਜ ਕੁਕਿੰਗ ਪ੍ਰੈਕਟਿਸਿਸ। ਜਿਹੜੇ ਓਲਡ ਏਜ ਪੁਰਾਣੇ ਸਮਿਆਂ ਦੇ ਟਾਈਮ ਤੋਂ ਕੁਕਿੰਗ ਪ੍ਰੈਕਟਿਸਿਸ ਚੱਲ ਰਹੀਆਂ ਨੇ ਵੀ ਆਪਾਂ ਓਪਨ ਦੇ ਵਿੱਚ ਜਿਹੜੀ ਹੈ ਕੁਕਿੰਗ ਕਰਦੇ ਹਾਂ। ਓਪਨ ਮੀਨਸ ਜਿਵੇਂ ਪਹਿਲਾਂ ਅੱਜ ਕੱਲ੍ਹ ਜਿਵੇਂ ਸਟੋਵ ਵਗੈਰਾ ਆ ਗਏ, ਗੈਸ ਸਟੋਵ ਆ ਗਏ, ਗੈਸ ਤੇ ਆਪਾਂ ਕੁਕਿੰਗ ਕਰਨ ਲੱਗ ਗਏ, ਠੀਕ ਹੈ, ਗੈਸ ਸਟੋਵ ਯੂਜ਼ ਕਰਦੇ ਹਾਂ। ਬਟ ਪਹਿਲਾਂ ਅੱਜ ਵੀ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਚੁੱਲ੍ਹੇ ਤੇ ਆਪਾਂ ਅੱਗ ਬਾਲ ਕੇ ਓਪਨ ਦੇ ਵਿੱਚ ਜਾਂ ਪਾਥੀਆਂ ਦੀ ਅੱਗ ਤੋਂ ਜਾਂ ਛਟੀਆਂ ਦੀ ਅੱਗ ਤੋਂ ਜਿਹੜੀ ਕੁਕਿੰਗ ਕਰਦੇ ਆ, ਉਹਦੇ ਨਾਲ ਕੀ ਹੁੰਦਾ ਹੈ? ਹੈਲਥ ਰਿਸਕ ਜ਼ਿਆਦਾ ਹੋ ਜਾਂਦਾ। ਹੈਲਥ ਰਿਸਕ ਦੀ ਸਿਹਤ ਖਰਾਬ ਹੁੰਦੀ ਹੈ, ਠੀਕ ਹੈ। ਜਦੋਂ ਉਹਨਾਂ ਦਾ ਜਿਹੜਾ ਧੂੰਆਂ ਹੈ ਉਹ ਆਪਣੇ ਅੰਦਰ ਸਾਹ ਰਾਹੀਂ ਜਾਂਦਾ ਹੈ ਤਾਂ ਉਹਦੇ ਨਾਲ ਆਪਣੇ ਹੈਲਥ ਰਿਸਕ ਵੱਧ ਜਾਂਦਾ। ਤਾਂ ਉਹਨੂੰ ਮਿਨੀਮਾਈਜ਼ ਕਰਨਾ, ਮਿਨੀਮਾਈਜ਼ਿੰਗ ਦਾ ਹੈਲਥ ਰਿਸਕ ਫੇਸਿੰਗ ਦਾ ਇੰਡੀਅਨ ਵੂਮਨ ਬਾਈ ਓਲਡ ਏਜ ਕੁਕਿੰਗ ਪ੍ਰੈਕਟਿਸ। ਜਿਹੜੇ ਪੁਰਾਣੇ ਢੰਗ ਨੇ ਕੁਕਿੰਗ ਦੇ, ਖਾਣਾ ਬਣਾਉਣ ਦੇ, ਉਹ ਜਿਹੜੀਆਂ ਇੰਡੀਅਨ ਵੂਮਨ ਨੇ, ਭਾਰਤੀ ਔਰਤਾਂ ਨੇ, ਉਹ ਫੇਸ ਕਰ ਰਹੀਆਂ ਨੇ ਹੈਲਥ ਰਿਸਕ, ਉਹਦੇ ਕਰਕੇ ਉਹਨਾਂ ਚੀਜ਼ਾਂ ਨੂੰ ਮਿਨੀਮਾਈਜ਼ ਕਰਨਾ ਇਹ ਵੀ ਡਿਪਾਰਟਮੈਂਟ ਦਾ ਮੇਨ ਮਕਸਦ ਹੈ। ਡੀ ਕੀ ਹੈ? ਸਪਲੀਮੈਂਟ ਦਾ ਕਨਵੈਨਸ਼ਨਲ એનર્ਜੀ ਜਨਰੇਸ਼ਨ। ਜਿਹੜੀ ਕਨਵੈਨਸ਼ਨਲ એનર્ਜੀ ਜਨਰੇਸ਼ਨ ਹੈ, ਜਿਵੇਂ ਕੋਲੇ ਤੋਂ એનર્ਜੀ ਬਣਾਉਣੇ ਆਪਾਂ, ਪਾਵਰ ਬਣਾਉਣੇ ਆ, ਉਹਦਾ ਸਪਲੀਮੈਂਟ ਦੇਣਾ। ਸਪਲੀਮੈਂਟ ਮੀਨਸ ਕੋਈ ਅਲਟਰਨੇਟਿਵ ਦੇਣਾ। ਇਹ ਵੀ ਡਿਪਾਰਟਮੈਂਟ ਦਾ ਜਿਹੜਾ ਮਕਸਦ ਹੈ, ਏਮ ਹੈ। ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ એનર્ਜੀ ਡਿਪਾਰਟਮੈਂਟ ਹੈ ਜਿਹੜਾ, ਉਹਨਾਂ ਦੇ ਇਹ 4 ਕੰਮ ਮੇਨ ਤੌਰ ਮੁੱਖ ਹੈਗੇ ਨੇ। ਅਦਰਵਾਈਜ਼ ਆਪਾਂ ਇੱਥੋਂ ਵੀ ਆਬਜੈਕਟਿਵਸ ਲੱਭ ਸਕਦੇ ਹਾਂ। ਜਿਹੜੀ ਆਪਣੀ ਵੈਬਸਾਈਟ ਹੈ ਇਹਦੇ 'ਚ ਕਿਤੇ ਨਾ ਕਿਤੇ ਲਿਖੇ ਹੋਣਗੇ, ਮੈਂ ਤੁਹਾਨੂੰ ਦਿਨ 'ਚ ਭੇਜ ਦੂੰਗਾ ਸਰਚ ਕਰਕੇ। ਕੋਈ ਹੋਰ ਵੀ ਆਬਜੈਕਟਿਵਸ ਇੱਥੇ ਲਿਖੇ ਹੋਏ ਤਾਂ ਉਹ ਤੁਸੀਂ ਐਡ ਕਰ ਸਕਦੇ ਹੋ। ਦਾ ਮਿਨਿਸਟਰੀ, ਜਿਵੇਂ ਇੱਥੇ ਲਿਖਿਆ ਹੂ ਇਜ਼ ਹੂ, ਕੈਰੀਅਰ, ਜਾਂ ਇਸ ਤਰ੍ਹਾਂ ਇੱਥੋਂ ਲੱਭੇ ਜਾਣਗੇ। ਉਹ ਆਪਾਂ ਦਿਨ 'ਚ ਲੱਭ ਲਾਂਗੇ ਇੱਥੋਂ ਹੋਰ ਪੁਆਇੰਟ ਇਹਦੇ ਨਾਲ ਆ ਜਿਵੇਂ ਵਟ ਇਜ਼ ਮਿਨਿਸਟਰੀ ਆਲ ਅਬਾਊਟ। ਇਸ ਤਰ੍ਹਾਂ the Ministry of New and Renewable Energy is the nodal ministry of the Government of India for all matters relating to the new and renewable energy. The broad aim of the ministry is to develop and deploy new and renewable energy to supplement the energy requirements of the country. ਇਹ ਲਿਖਿਆ ਨਾ ਇੱਥੇ ਨਜ਼ਰ ਆ ਰਿਹਾ ਹੋਊਗਾ ਲਾਈਨ ਤੁਹਾਨੂੰ। The broad aim, ਮੁੱਖ ਮਕਸਦ ਕੀ ਹੈ? of the ministry is to develop, ਵਿਕਸਿਤ ਕਰਨਾ, ਡਿਵੈਲਪ ਕਰਨਾ, ਐਂਡ ਡਿਪਲਾਈ ਦਾ ਮਤਲਬ ਹੁੰਦਾ ਹੈ ਇੰਸਟਾਲ ਕਰਨਾ, ਲਗਾਉਣਾ, ਚਾਲੂ ਕਰਨਾ। ਨਿਊ ਐਂਡ ਰੀਨਿਊਏਬਲ એનર્ਜੀ, ਨਵੀਂ ਤੇ ਨਵਿਆਉਣਯੋਗ ਰੀਨਿਊਏਬਲ એનર્ਜੀ ਹੈ ਜਿਹੜੀ, ਉਹ ਡਿਪਲਾਈ ਕਰਨਾ, ਉਹਦੇ ਪਲਾਂਟ ਲਗਾਉਣੇ, ਉਹਨੂੰ ਚਾਲੂ ਕਰਨਾ। ਟੂ ਸਪਲੀਮੈਂਟ, ਕਾਹਦੇ ਲਈ? ਸਪਲੀਮੈਂਟ ਦੇਣ ਦੇ ਲਈ। ਕਾਹਦੇ? ਦਾ એનર્ਜੀ ਰਿਕੁਆਇਰਮੈਂਟਸ ਆਫ ਦਾ ਕੰਟਰੀ, ਦੇਸ਼ ਦੀਆਂ ਜਿਹੜੀਆਂ ਊਰਜਾ ਦੀਆਂ ਲੋੜਾਂ ਨੇ ਉਹਨਾਂ ਦਾ ਸਪਲੀਮੈਂਟ ਦੇ ਤੌਰ ਤੇ ਰੀਨਿਊਏਬਲ એનર્ਜੀ ਨੂੰ ਡਿਪਲਾਈ ਕਰਨਾ ਤੇ ਵਿਕਸਿਤ ਕਰਨਾ, ਠੀਕ ਹੈ ਜੀ। ਅੱਗੇ ਨੀਚੇ ਲਿਖਿਆ the role of new and renewable energy has been assuming increasing significance in recent times with growing concern for the country's energy security. ਊਰਜਾ ਸੁਰੱਖਿਆ ਦੇ ਖੇਤਰ ਦੇ ਵਿੱਚ ਵੀ ਆਪਣੇ ਕੋਲ ਊਰਜਾ ਦੀ ਸ਼ਾਰਟੇਜ ਨਾ ਹੋਵੇ, એનર્ਜੀ ਸ਼ਾਰਟ ਨਾ ਹੋਵੇ ਇੰਡੀਆ ਦੇ ਵਿੱਚ, ਤਾਂ ਇਹਦਾ ਜਿਹੜਾ ਰੋਲ ਹੈ, ਭੂਮਿਕਾ ਹੈ ਜਿਹੜੀ ਨਿਊ ਐਂਡ ਰੀਨਿਊਏਬਲ એનર્ਜੀ ਦੀ, has been assuming increasing significance, ਇਹਦੀ ਮਹੱਤਤਾ ਜਿਹੜੀ ਵੱਧਦੀ ਜਾ ਰਹੀ ਹੈ in the recent times, ਇਹਨਾਂ ਸਮਿਆਂ ਦੇ ਸਰ ਵਿੱਚ। ਬੁੱਕ ਤੋਂ ਨਹੀਂ ਕਰਾ ਰਹੇ ਤੁਸੀਂ, ਹੋਰ ਜੋ ਕਰਾ ਰਹੇ ਹੋ ਨਹੀਂ, ਪੁਆਇੰਟ? ਮੈਂ ਇੱਕ ਪੈਰਾ ਇਹਦੇ ਚੋਂ ਕਰਾ ਰਿਹਾ ਤੁਹਾਨੂੰ। ਹਾਂਜੀ, ਮੈਨੂੰ ਦਿਖ ਨਹੀਂ ਰਹੀ ਸਰ ਉਹਦੀ ਸਕਰੀਨ ਦੇ। ਅੱਛਾ, ਇਹ ਦਿਸ ਨਹੀਂ ਰਹੀ ਤੁਹਾਨੂੰ? ਨਹੀਂ ਜੀ। ਇੱਕ ਮਿੰਟ, ਬੁੱਕ ਤੇ ਨਾ ਡਾਟਾ ਪਾਣਾ ਸੀ, ਹੁਣ ਨਜ਼ਰ ਆ ਰਹੀ ਹੋਣੀ। ਇੱਕ ਮਿੰਟ ਰੁਕੋ ਬਸ। ਨਹੀਂ, ਹੁਣ ਬੁੱਕ ਨਜ਼ਰ ਆ ਰਹੀ ਹੈ? ਹਾਂਜੀ ਬੁੱਕ ਤਾਂ ਪਹਿਲਾਂ ਹੀ ਆ ਰਹੀ ਸੀ ਜੀ। ਓਕੇ, ਇੱਕ ਮਿੰਟ ਰੁਕ ਜਾ ਬਸ, ਮੈਂ ਤੁਹਾਨੂੰ ਦੱਸ ਦਿਆਂ। ਮੈਂ ਸ਼ੋਅ ਕਰਵਾਉਣਾ ਤੁਹਾਨੂੰ।
ਤੁਹਾਡੇ ਕੋਲੇ ਫੋਨ ਤੇ ਹੁਣ WhatsApp ਚੱਲ ਰਿਹਾ ਬੱਚੇ? ਹਾਂਜੀ ਸਰ। ਮੈਂ ਤੁਹਾਨੂੰ ਆਪਣੇ ਗਰੁੱਪ 'ਚ WhatsApp ਕਰਦਾ। ਠੀਕ ਹੈ ਸਰ। 1 ਮਿੰਟ ਰੁਕੋ ਬਸ। WhatsApp ਤੇ ਫਿਰ ਤੁਸੀਂ ਉਹ ਦੇਖੀ ਜਾਓ, ਉਹ ਤੋਂ ਇੱਕੋ ਹੀ ਪੈਰਾਗ੍ਰਾਫ ਹੈ, ਇਹ ਆਪਣੀ ਹੈਲਪ ਵਧੀਆ ਕਰੂਗਾ। ਉੱਥੋਂ ਤੁਸੀਂ ਫਿਰ ਦੇਖਿਓ, ਪੈਰਾਗ੍ਰਾਫ ਉੱਥੋਂ ਦੇਖ ਕੇ ਪੜ੍ਹ ਸਕਦੇ ਹੋ। ਲਵਲੀ ਨੇ ਜੁਆਇਨ ਨਹੀਂ ਕੀਤਾ ਸਰ ਹੁਣ ਵੀ? ਨਹੀਂ ਕੀਤਾ ਨਹੀਂ ਬੱਚੇ, ਪਤਾ ਨਹੀਂ ਕਿਉਂ। ਆਪਾਂ ਉਹਦੇ ਕਰਕੇ ਤਾਂ ਸਵੇਰੇ ਜਲਦੀ ਉੱਠਦੇ ਹਾਂ ਤੇ ਰਾਤ ਨੂੰ ਆਪਾਂ ਜੇ ਲੇਟ ਹਾਂਜੀ ਕਲਾਸ ਸਰ। ਲਾਉਣੇ ਆ, ਸਾਰਾ ਸ਼ਡਿਊਲ ਆਪਾਂ ਉਹਦੇ ਕਰਕੇ ਇਹ ਚੇਂਜ ਕੀਤਾ ਸੀ, ਬਟ ਉਹ ਖੁਦ ਪਤਾ ਨਹੀਂ ਜੁਆਇਨ ਹੀ ਨਹੀਂ ਕਰਦਾ। ਤੇ ਜੇ ਉਹਨੇ ਨਹੀਂ ਜੁਆਇਨ ਕਰਨੀ ਨਾ, ਕਲਾਸ ਨਹੀਂ ਲਗਾਉਣੀ, ਉਹ ਤੋਂ ਕਲੀਅਰ ਅੱਜ ਕਰ ਲੈਣੇ, ਫਿਰ ਆਪਾਂ ਦਿਨ 'ਚ ਕਰ ਲਿਆ ਹਾਂਜੀ ਕਰਾਂਗੇ। ਸਰ, ਪੁੱਛਿਆ ਸੀ ਉਹਨਾਂ ਤੋਂ ਪਹਿਲਾਂ ਵੀ ਇੱਕ ਦੋ ਵਾਰ, ਉਹ ਕਹਿੰਦੇ ਨੇ ਮੈਨੂੰ ਲਾਉਣੀ ਆ ਲਾਉਣੀ ਆ ਲਾਉਣੀ ਆ। ਫਿਰ ਅੱਜ ਕੋਈ ਨਹੀਂ, ਅੱਜ ਮੈਂ ਹੀ ਕਾਲ ਕਰਦਾ ਉਹਨੂੰ ਦਿਨ 'ਚ, ਉਹਦਾ ਹਾਂਜੀ ਸਰ, ਸਟੇਟਸ ਕਲੀਅਰ ਦੇਖ ਕਰ ਲਾ। ਲਓ ਤੁਸੀਂ। ਫਿਰ ਨਹੀਂ ਆਪਾਂ ਫਿਰ ਦਿਨ 'ਚ, ਮੈਂ ਦਿਨ 'ਚ ਟਾਈਮ ਕੱਢ ਲਿਆ ਕਰੂੰ, ਤੁਸੀਂ ਫਰੀ ਹੁੰਦੇ ਹੋ ਉਦੋਂ ਲਾ ਲਿਆ ਕਰਾਂਗੇ ਕਲਾਸ। ਹਾਂਜੀ ਜਾਂ ਇੱਕ ਮਾਰਨਿੰਗ ਲਾ ਲਈ, ਮਾਰਨਿੰਗ ਕਲਾਸ ਵਧੀਆ ਲੱਗਦੀ ਹੈ, ਇੱਕ ਮਾਰਨਿੰਗ ਲਾ ਲਈ, ਹਾਂਜੀ ਬਾਕੀ ਆਪਾਂ ਦਿਨ 'ਚ ਲਾ ਲਿਆ ਕਰਾਂਗੇ ਇੱਕ ਕਲਾਸ। ਮੈਂ ਗਰੁੱਪ 'ਚ ਹੀ ਭੇਜੀ ਹੈ ਤੁਹਾਨੂੰ, ਫੋਟੋ ਆ ਰਹੀ ਹੈ ਬਸ। ਦੇਖੋ ਜੀ, ਆ ਗਈ ਨਾ? ਹਾਂਜੀ ਸਰ। ਠੀਕ ਹੈ। ਹੁਣ ਤੁਹਾਨੂੰ ਸਕਰੀਨ ਤੇ ਕੀ ਨਜ਼ਰ ਆ ਰਿਹਾ ਹੈ? ਸਕਰੀਨ ਤੇ ਸਰ ਮੈंने ਸਾਈਡ ਤੇ ਕਰਤੀ। ਓਕੇ, ਹੁਣ ਤੁਸੀਂ ਇਹ ਉੱਥੇ ਹੀ ਦੇਖੋ। ਦੁਬਾਰਾ ਚਲਾ ਲਾਂਗੇ। ਹਾਂ, ਉੱਥੇ ਹੀ ਚਲਾ ਲਾਂਗੇ ਆਪਾਂ ਬਾਅਦ 'ਚ, ਇੱਕ ਪੈਰਾਗ੍ਰਾਫ ਇੱਧਰੋਂ ਪੜਾਉਣਾ। ਠੀਕ ਹੈ ਸਰ। ਹੁਣ ਇਹ ਕੀ ਲਿਖਿਆ ਹੈ? The role The of role of new new and renewable renewable energy has been assuming increasing significant in recent times with the growing concern for the country's energy security. ਦੇਸ਼ ਦੀ ਜਿਹੜੀ એનર્ਜੀ ਦੀ ਸਿਕਿਉਰਿਟੀ ਹੈ, ਸਿਕਿਉਰਿਟੀ ਮੀਨਸ ਸੁਰੱਖਿਆ, ਵੀ ਊਰਜਾ ਦਾ ਜਿਹੜਾ ਸ਼ਾਰਟੇਜ ਨਾ ਹੋਵੇ, ਆਪਾਂ ਨੂੰ ਊਰਜਾ ਸਪਲਾਈ ਕਰ ਸਕੀਏ ਆਪਾਂ ਜਿੰਨੀ ਚਾਹੀਦੀ ਹੈ, ਉਨੀ એનર્ਜੀ ਆਪਣੇ ਦੇਸ਼ 'ਚ ਹੋਵੇ। ਉਹਦੇ ਲਈ ਕੀ ਹੈ, ਇਹਦਾ ਸਿਗਨੀਫਿਕੈਂਸ ਰੋਲ ਹੈ ਰੀਸੈਂਟ ਟਾਈਮਸ ਦੇ ਵਿੱਚ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਿਊ ਐਂਡ ਰੀਨਿਊਏਬਲ એનર્ਜੀ ਦਾ ਰੋਲ ਹੈ ਜਿਹੜਾ ਇੰਪੋਰਟੈਂਟ ਹੈ। એનર્ਜੀ ਸੈਲਫ ਸਫੀਸ਼ੀਐਂਸੀ, ਤੁਹਾਡੇ ਵਾਲੇ ਤੇ energy self-sufficiency was identified as the major driver for new and renewable energy in the country in the wake of the two oil shocks of the 1970s। ਕਿ 1970 ਦੇ ਵਿੱਚ ਜਿਹੜਾ ਕ੍ਰਾਈਸਿਸ ਆਇਆ ਸੀ, oil ਦੀ ਸ਼ਾਰਟੇਜ ਹੋ ਗਈ ਸੀ, ਉਹਦੇ ਬਾਵਜੂਦ ਕੀ ਹੈ, energy self-sufficiency was identified as the major driver for new and renewable energy in the country। ਜਿਹੜੇ ਦੇਸ਼ ਦੇ ਵਿੱਚ ਨਿਊ ਐਂਡ ਰੀਨਿਊਏਬਲ એનર્ਜੀ ਦੇ ਖੇਤਰ ਦੇ ਵਿੱਚ ਜਿਹੜੀ ਸੈਲਫ ਸਫੀਸ਼ੀਐਂਸੀ ਹੈ, ਸੈਲਫ ਮੀਨਸ ਖੁਦ ਆਪਣੇ ਕੋਲੇ ਆਪਾਂ ਸਫੀਸ਼ੀਐਂਟ ਜਿਹੜੇ ਸੋਰਸਸ ਹੋਣ, એનર્ਜੀ ਹੋਵੇ, ਉਹ ਮੇਜਰ ਡਰਾਈਵਰ ਹੈ ਨਿਊ ਐਂਡ ਰੀਨਿਊਏਬਲ એનર્ਜੀ ਨੂੰ ਜਿਹੜਾ ਹੈਗਾ ਡਿਵੈਲਪ ਕਰਨ ਦੇ ਲਈ। ਦ ਸਡਨ ਇਨਕਰੀਜ਼ ਇਨ ਦ ਪ੍ਰਾਈਸ ਆਫ ਆਇਲ, ਜਿਹੜਾ ਤੇਲ ਦੀਆਂ ਕੀਮਤਾਂ ਦੇ ਵਿੱਚ ਅਚਾਨਕ ਵਾਧਾ ਹੋਇਆ, ਦਾ ਸਡਨ ਇਨਕਰੀਜ਼ ਇਨ ਦ ਪ੍ਰਾਈਸ ਆਫ ਆਇਲ, uncertainties associated with its supply। uncertainties means ਜਿਹੜੀਆਂ ਉਤਰਾਅ ਚੜਾਅ ਆਉਂਦੇ ਨੇ, ਪੱਕਾ ਨਹੀਂ ਹੁੰਦਾ, ਜਿਹੜਾ ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਆਇਲ ਦੀ ਸਪਲਾਈ ਹੈ ਜਿਹੜੀ ਮਿਲੀ ਜਾਣੀ ਹੈ ਰੈਗੂਲਰ ਉਨੀ ਮਿਲੀ ਜਾਣੀ ਹੈ, ਬਟ ਜਿਹੜੀ ਇਹਦੇ ਨਾਲ ਸੰਬੰਧਿਤ ਅਨਸਰਟਨਟੀਜ਼ ਨੇ। ਅਨਸਰਟਨਟੀਜ਼ ਮੀਨਸ ਕਦੀ ਤੇਲ ਆਪਾਂ ਨੂੰ ਮਿਲ ਗਿਆ ਜਿੰਨੀ ਲੋੜ ਹੈ, ਰਿਕੁਆਇਰਮੈਂਟ ਹੈ ਆਪਣੇ ਕੰਟਰੀ ਨੂੰ, ਦੇਸ਼ ਨੂੰ, ਕਦੀ ਆਪਾਂ ਨੂੰ ਘੱਟ ਮਿਲ ਰਿਹਾ, ਉਹ ਚੀਜ਼ਾਂ ਨੇ ਜਿਹੜੀਆਂ, ਉਹਦੇ ਕਰਕੇ ਜਿਹੜਾ ਹੈਗਾ uncertainties associated with its supply and the adverse impact on the balance of payments position led to the establishment of the Commission for Additional Sources of Energy in the Department of Science and Technology in March 1981। ਮਾਰਚ 1981 ਦੇ ਵਿੱਚ Additional Sources of Energy ਕਮਿਸ਼ਨ ਫॉर ਐਡੀਸ਼ਨਲ ਸੋਰਸਸ ਆਫ એનર્ਜੀ ਕਮਿਸ਼ਨ ਸੈੱਟ ਕੀਤਾ ਗਿਆ, ਕਮਿਸ਼ਨ ਸਥਾਪਿਤ ਕੀਤਾ ਗਿਆ, ਐਸਟੈਬਲਿਸ਼ ਕੀਤਾ ਗਿਆ, ਕਿੱਥੇ? ਇਨ ਦਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ, ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਦੇ ਵਿੱਚ 1981 ਦੇ ਵਿੱਚ। ਦ ਕਮਿਸ਼ਨ ਵਾਜ ਚਾਰਜਡ ਵਿਦ ਰਿਸਪੌਂਸਿਬਿਲਿਟੀ ਆਫ ਫਾਰਮੂਲੇਟਿੰਗ ਪਾਲਿਸੀਜ਼। ਕਮਿਸ਼ਨ ਨੂੰ ਕੀ ਚਾਰਜ ਦਿੱਤਾ ਗਿਆ, ਕਾਹਦਾ ਚਾਰਜ ਦਿੱਤਾ ਗਿਆ, ਕਿ ਉਹਨਾਂ ਨੇ ਇਹ ਰਿਸਪੌਂਸਿਬਿਲਿਟੀ ਉਹਨਾਂ ਦੀ, ਕਿ ਉਹਨਾਂ ਨੇ ਪਾਲਿਸੀ ਫਾਰਮੂਲੇਟ ਕਰਨੀ ਹੈ, ਨੀਤੀਆਂ ਬਣਾਉਣੀਆਂ ਨੇ, ਐਂਡ ਦੇਅਰ ਇੰਪਲੀਮੈਂਟੇਸ਼ਨ, ਉਹ ਨੀਤੀਆਂ ਨੂੰ ਲਾਗੂ ਕਰਨਾ ਹੈ।
ਪ੍ਰੋਗਰਾਮ ਬਣਾਉਣੇ, ਉਹਨਾਂ ਨੂੰ ਲਾਗੂ ਕਰਨਾ, ਕਾਹਦੇ ਲਈ? ਫॉर ਡਿਵੈਲਪਮੈਂਟ ਆਫ ਨਿਊ ਐਂਡ ਰਿਨਿਊਏਬਲ એનર્ਜੀ, ਨਿਊ ਐਂਡ ਰਿਨਿਊਏਬਲ એનર્ਜੀ ਦੀ ਡਿਵੈਲਪਮੈਂਟ ਦੇ ਲਈ, ਅਪਾਰਟ ਫਰੋਮ ਕੋਆਰਡੀਨੇਟਿੰਗ ਐਂਡ ਇੰਟੈਂਸੀਫਾਈਂਗ R&D ਇਨ ਦਾ ਸੈਕਟਰ। ਇਸ ਖੇਤਰ ਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ, R ਮੀਨਸ ਰਿਸਰਚ, D ਮੀਨਸ ਡਿਵੈਲਪਮੈਂਟ, ਰਿਸਰਚ ਐਂਡ ਡਿਵੈਲਪਮੈਂਟ ਦੇ ਖੇਤਰ ਦੇ ਨਾਲ ਕੋਆਰਡੀਨੇਟ ਕਰਨਾ ਤੇ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ, ਪਾਲਿਸੀਆਂ ਬਣਾਉਣੀਆਂ, ਪ੍ਰੋਗਰਾਮ ਬਣਾਉਣੇ, ਤਾਂ ਕਿ ਆਪਾਂ ਵੱਧ ਤੋਂ ਵੱਧ ਨਿਊ ਐਂਡ ਰਿਨਿਊਏਬਲ ਜਿਹੜੇ એનર્ਜੀ ਸੋਰਸ ਨੇ ਉਹਨਾਂ ਦੀ ਡਿਵੈਲਪਮੈਂਟ ਕਰ ਸਕੀਏ, ਉਹਨਾਂ ਨੂੰ ਵਿਕਸਿਤ ਕਰ ਸਕੀਏ ਤੇ ਆਪਣਾ ਦੇਸ਼ ਆਪਣੇ ਆਪ ਤੇ ਡਿਪੈਂਡ ਹੋਵੇ, ਦੂਜੇ ਕੰਟਰੀਜ਼ ਤੇ ਡਿਪੈਂਡ ਨਾ ਹੋਵੇ। ਇਹਦੇ ਲਈ ਮਾਰਚ 1981 ਦੇ ਵਿੱਚ ਜਿਹੜਾ ਇੱਕ ਕਮਿਸ਼ਨ ਸੀਗਾ, ਕਮਿਸ਼ਨ ਫॉर ਐਡੀਸ਼ਨਲ ਸੋਰਸਸ ਆਫ એનર્ਜੀ, ਉਹ ਬਣਾਇਆ ਗਿਆ। ਨੈਕਸਟ ਕੀ ਹੈ? ਇਨ 1982 1982 ਦੇ ਵਿੱਚ ਆ ਨਿਊ ਡਿਪਾਰਟਮੈਂਟ, ਇੱਕ ਨਵਾਂ ਡਿਪਾਰਟਮੈਂਟ ਸੀ ਜਿਹੜਾ ਡਿਪਾਰਟਮੈਂਟ ਆਫ ਨਾਨ ਕਨਵੈਨਸ਼ਨਲ એનર્ਜੀ ਸੋਰਸਸ, DNES, ਜਿਹੜਾ ਆਪਾਂ ਹੁਣੇ ਪੜ੍ਹਿਆ ਸੀਗਾ, that incorporated CASC was created in the then Ministry of Energy। ਉਦੋਂ ਜਿਹੜੀ ਮਿਨਿਸਟਰੀ ਆਫ એનર્ਜੀ ਚੱਲ ਰਹੀ ਸੀ, ਆਪਣੇ ਕੋਲੇ ਪਹਿਲਾਂ ਹੀ ਮੰਤਰਾਲਾ ਚੱਲ ਰਿਹਾ ਸੀ ਊਰਜਾ ਦਾ, ਉਹਦੇ ਵਿੱਚ ਇੱਕ ਡਿਪਾਰਟਮੈਂਟ ਜਿਹੜਾ ਸੀਗਾ ਇਨਕਾਰਪੋਰੇਟ ਕੀਤਾ ਗਿਆ। ਇਨਕਾਰਪੋਰੇਟ ਮੀਨਸ ਇੰਟਰੋਡਿਊਸ ਕੀਤਾ ਗਿਆ ਨਵਾਂ ਡਿਪਾਰਟਮੈਂਟ ਨਾਨ ਕਨਵੈਨਸ਼ਨਲ એનર્ਜੀ ਸੋਰਸਸ ਦਾ, ਡਿਪਾਰਟਮੈਂਟ ਆਫ ਨਾਨ ਕਨਵੈਨਸ਼ਨਲ એનર્ਜੀ ਸੋਰਸਸ 1982 ਦੇ ਵਿੱਚ। ਉਸ ਤੋਂ ਬਾਅਦ ਇਨ 1992 1992 ਦੇ ਵਿੱਚ DNES became the Ministry of Non-Conventional Energy Sources। ਇਸੇ ਨੂੰ DNES ਨੂੰ ਕੀ ਬਣਾ ਦਿੱਤਾ ਗਿਆ? ਮਿਨਿਸਟਰੀ ਆਫ ਨਾਨ ਕਨਵੈਨਸ਼ਨਲ એનર્ਜੀ ਸੋਰਸਸ ਬਣਾ ਦਿੱਤਾ ਗਿਆ ਇਹਦਾ ਨਾਮ। ਇਨ ਅਕਤੂਬਰ 2006, ਆ ਦੇਖੋ ਆਪਣੇ ਕੋਲੇ ਅਪਡੇਟ ਆ ਗਈ, ਇਹ ਲਾਈਨ ਹੈ ਨਹੀਂ ਸੀਗੀ ਉਧਰ। ਇਨ ਅਕਤੂਬਰ 2006 ਦੇ ਵਿੱਚ, ਅਕਤੂਬਰ ਦੇ ਵਿੱਚ, ਦਾ ਮਿਨਿਸਟਰੀ ਵਾਜ਼ ਰੀਚੈਨਿਸਡ ਐਜ਼ ਦਾ ਮਿਨਿਸਟਰੀ ਆਫ ਨਿਊ ਐਂਡ ਰਿਨਿਊਏਬਲ એનર્ਜੀ। ਹੁਣ ਜਿਹੜਾ ਅੱਜ ਦੀ ਡੇਟ ਦੇ ਵਿੱਚ ਆਪਣੇ ਕੋਲੇ ਨਾਮ ਹੈ ਇਹ ਡਿਪਾਰਟਮੈਂਟ ਦਾ, ਮਿਨਿਸਟਰੀ ਆਫ ਨਿਊ ਐਂਡ ਰਿਨਿਊਏਬਲ એનર્ਜੀ। ਇਹ ਅਕਤੂਬਰ 2006 ਤੋਂ ਹੈ ਜਿਹੜਾ ਵਰਕਿੰਗ ਹੈ, ਅਕਤੂਬਰ ਦੇ 2006 ਤੋਂ ਚੱਲ ਰਿਹਾ। ਸੋ ਇਹ ਪੈਰਾਗ੍ਰਾਫ ਤੁਸੀਂ ਕਰ ਲੈਣਾ। ਇਸ ਤੋਂ ਬਾਅਦ ਆਪਾਂ ਵਾਪਸ ਉੱਥੇ ਹੀ ਆਉਣੇ ਆ ਪੇਜ ਤੇ ਆਪਣੇ ਤੇ। ਹੁਣ ਤੁਹਾਨੂੰ ਨਜ਼ਰ ਆ ਰਿਹਾ ਪੇਜ? ਉਹ ਨਹੀਂ ਆ ਰਿਹਾ ਹੁਣ ਦੇਖੋ ਬੱਚੇ, ਹੁਣ ਆ ਰਿਹਾ? ਹਾਂਜੀ ਸਰ, ਆ ਰਹੇ ਪਹਿਲੇ। ਓਕੇ ਹੁਣ ਇੱਥੇ ਨੀਚੇ ਕੀ ਲਿਖਿਆ ਹੈ? The major renewable energy resources adopted। ਹਾਂਜੀ ਹਾਂਜੀ, The major ਇਨ ਇੰਡੀਆ। renewable energy resources adopted in India। ਭਾਰਤ ਦੇ ਵਿੱਚ ਮੁੱਖ ਤੌਰ ਤੇ ਕਿਹੜੇ ਜਿਹੜੇ ਨਵਿਆਉਣਯੋਗ ਊਰਜਾ ਦੇ ਸਰੋਤ ਨੇ ਅਡਾਪਟ ਕੀਤੇ ਗਏ ਨੇ? ਉਹਨਾਂ ਦੇ ਵਿੱਚ ਮੇਨ ਜਿਹੜੇ ਹੈਗੇ ਨੇ ਬਾਇਓ, ਸੋਲਰ, ਵਿੰਡ, ਹਾਈਡਰੋ, ਜੀਓਥਰਮਲ, ਐਟਸੈਟਰਾ ਮੀਨਸ ਆਦਿ। ਬਾਇਓ ਸੋਰਸ ਹੋ ਗਏ, ਬਾਇਓਮਾਸ, ਸੋਲਰ એનર્ਜੀ, ਵਿੰਡ એનર્ਜੀ, ਹਾਈਡਰੋ એનર્ਜੀ, ਜੀਓਥਰਮਲ એનર્ਜੀ। ਇਹ ਵਾਲੇ ਸੋਰਸ ਨੇ ਜਿਹੜੇ ਇਹ ਭਾਰਤ ਦੇ ਵਿੱਚ ਅਡਾਪਟ ਕੀਤੇ ਗਏ ਨੇ ਮੁੱਖ ਤੌਰ ਤੇ, ਮੁੱਖ ਤੌਰ ਤੇ। ਰੈਪਿਡ ਅਰਬਨਾਈਜੇਸ਼ਨ, ਜਿਹੜੀ ਤੇਜ਼ੀ ਨਾਲ ਅਰਬਨਾਈਜੇਸ਼ਨ ਹੋ ਰਹੀ ਹੈ, ਅਰਬਨਾਈਜੇਸ਼ਨ ਮੀਨਸ ਸ਼ਹਿਰੀਕਰਨ ਹੋ ਰਿਹਾ ਜਿਹੜਾ, ਐਂਡ ਇੰਡਸਟਰੀਅਲਾਈਜੇਸ਼ਨ, ਜਿਹੜੀ ਨਵੇਂ ਫੈਕਟਰੀਆਂ, ਉਦਯੋਗ ਆ ਰਹੇ ਨੇ, ਉਹ ਕੀ ਕਰਦੇ ਨੇ? ਇੰਡਸਟਰੀਅਲਾਈਜੇਸ਼ਨ ਤੋਂ ਤੇ ਅਰਬਨਾਈਜੇਸ਼ਨ ਤੋਂ ਕੀ ਮਿਲਦਾ ਹੈ? ਜਨਰੇਟਸ ਹਿਊਜ ਕੁਆਂਟੀਟੀ ਆਫ ਵੇਸਟ। ਹਿਊਜ ਕੁਆਂਟੀਟੀ ਆਫ ਵੇਸਟ ਮੀਨਸ ਵੱਡੀ ਮਾਤਰਾ, ਹਿਊਜ ਮੀਨਸ ਵੱਡੀ, ਕੁਆਂਟੀਟੀ ਮੀਨਸ ਮਾਤਰਾ of waste, and this waste can be used as energy rich resources by using suitable conversion technology। ਜਿਹੜੀ ਇਹ ਇੰਡਸਟਰੀਅਲਾਈਜੇਸ਼ਨ ਤੋਂ ਤੇ ਅਰਬਨਾਈਜੇਸ਼ਨ ਤੋਂ ਆਪਾਂ ਨੂੰ ਵੇਸਟ ਮਿਲਦਾ ਹੈ, ਤਰ੍ਹਾਂ ਦਾ, ਜਿਹੜਾ ਆਪਾਂ ਵੇਸਟ ਕਹਿ ਦਿੰਦੇ ਉਹ ਐਕਚੁਅਲੀ ਵੇਸਟ ਨਹੀਂ ਹੁੰਦਾ, ਉਹ ਵੇਸਟ ਮਟੀਰੀਅਲ ਤੋਂ ਜਾਂ ਕੋਈ ਵੀ ਵੇਸਟ ਤੋਂ, ਉਹਨਾਂ ਦੇ ਤੋਂ ਜਿਹੜਾ ਫਾਲਤੂ ਹੈ ਉਹ ਤੋਂ ਆਪਾਂ ਯੂਜ਼ ਕਰ ਸਕਦੇ ਹਾਂ ਉਹਨੂੰ ਐਜ਼ એનર્ਜੀ ਰਿਚ ਰਿਸੋਰਸਸ। ਉਹਦੇ ਵਿੱਚ ਵੀ એનર્ਜੀ ਹੁੰਦੀ ਹੈ, ਊਰਜਾ ਹੁੰਦੀ ਹੈ, ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਉਹ ਤੋਂ ਆਪਾਂ એનર્ਜੀ ਐਕਸਟ੍ਰੈਕਟ ਕਰ ਸਕਦੇ ਹਾਂ, ਕੱਢ ਸਕਦੇ ਹਾਂ। ਕਿਵੇਂ? ਬਾਈ ਯੂਜ਼ਿੰਗ ਸੂਟੇਬਲ ਕਨਵਰਜਨ ਟੈਕਨੋਲੋਜੀ। ਕੀ ਯੂਜ਼ ਕਰਕੇ? ਸੂਟੇਬਲ, ਯੋਗ, ਜਿਹੜੀ ਫਿੱਟ ਬੈਠਦੀ ਹੈ, ਕਨਵਰਜਨ ਟੈਕਨੋਲੋਜੀ। ਕਨਵਰਜਨ ਮੀਨਸ ਬਦਲਦੀ ਹੈ, ਜਿਹੜੀ ਟੈਕਨੋਲੋਜੀ ਮੀਨਸ ਤਕਨੀਕ, ਜਿਹੜੀ ਤਕਨੀਕ ਊਰਜਾ ਦੇ ਇੱਕ ਰੂਪ ਤੋਂ ਦੂਜੇ ਰੂਪ ਦੇ ਵਿੱਚ ਬਦਲਦੀ ਹੈ, ਉਹ ਆਪਾਂ ਕਰ ਸਕਦੇ ਹਾਂ। ਐਟ ਦ ਐਂਡ ਆਫ 1999 1999 ਦੇ ਅੰਤ ਤੇ, ਐਟ ਦ ਐਂਡ ਆਫ 1999 the total contribution of energy was 2414 ਮੈਗਾਵਾਟ। 2414 ਮੈਗਾਵਾਟ ਸੀਗੀ ਟੋਟਲ ਕੰਟਰੀਬਿਊਸ਼ਨ, ਕੁੱਲ ਯੋਗਦਾਨ ਸੀ ਜਿਹੜਾ। that reached to 4132 megawatt in 2003
with 4% of total grid capacity। ਆਪਣੇ ਕੋਲ ਜਿਹੜੀ 1999 ਦੇ ਅੰਤ ਤੱਕ ਸੀ ਟੋਟਲ ਕੰਟਰੀਬਿਊਸ਼ਨ ਆਫ એનર્ਜੀ, ਟੋਟਲ એનર્ਜੀ ਕਿੰਨੀ ਕੰਟਰੀਬਿਊਟ ਕਰਦਾ ਸੀ ਇੰਡੀਆ? 2414 ਮੈਗਾਵਾਟ ਸੀਗੀ ਜਿਹੜੀ ਆਪਾਂ એનર્ਜੀ ਬਣਾ ਰਹੇ ਸੀ, ਜਨਰੇਟ ਕਰ ਰਹੇ ਸੀ। ਔਰ ਇਹ 2003 ਤੱਕ ਕਿੰਨੀ ਬਣ ਗਈ? 4132 ਮੈਗਾਵਾਟ। ਕਿੰਨੇ ਪਰਸੈਂਟ ਲਗਭਗ ਇਨਕਰੀਜ਼ ਹੋ ਗਿਆ? 4% ਵਾਧਾ ਹੋਇਆ ਆਫ ਟੋਟਲ ਗ੍ਰਿਡ ਕਪੈਸਿਟੀ। ਗ੍ਰਿਡ ਕਪੈਸਿਟੀ ਮਤਲਬ ਜਿੰਨੇ ਆਪਣੇ ਗ੍ਰਿਡ ਲੱਗੇ ਹੋਏ ਨੇ ਬਿਜਲੀ ਵਾਲੇ ਗ੍ਰਿਡ ਨੇ, ਉਹਨਾਂ ਦੀ ਕਪੈਸਿਟੀ ਹੈ ਜਿਹੜੀ ਉਹਦੇ ਵਿੱਚ 4% ਵਾਧਾ ਹੋਇਆ। 2414 ਮੈਗਾਵਾਟ ਸੀ 1999 ਦੇ ਅੰਤ ਤੇ, ਔਰ 2003 ਤੱਕ ਇਹ 4132 ਮੈਗਾਵਾਟ ਹੈ ਜਿਹੜੀ ਉਹ ਕਪੈਸਿਟੀ ਬਣ ਗਈ। ਤੇ ਇਹਦਾ ਲੇਟੈਸਟ ਡਾਟਾ ਵੀ ਆਪਾਂ ਵੈਬਸਾਈਟ ਤੋਂ ਦੇਖਾਂਗੇ, ਉਹ ਮੈਂ ਤੁਹਾਨੂੰ ਦਿਨ ਚ ਭੇਜ ਦੂੰਗਾ, ਮੈਨੂੰ ਯਾਦ ਕਰਵਾਏ। ਇਹ ਕਰੰਟ ਡਾਟਾ ਜਿਹੜਾ ਅੱਜ ਦੀ ਡੇਟ ਦਾ, ਉਹ ਆਪਾਂ ਵੈਬਸਾਈਟ ਤੋਂ ਪਾਉਣਾ ਜਿੰਨਾ ਹੋ ਸਕਿਆ। Today, India is rated at 5th rank in the world in wind power capacity of 1000 to 1100 megawatt। ਕਿ ਆਪਣੇ ਕੋਲ ਇੰਡੀਆ ਜਿਹੜਾ ਉਹਦੇ ਵਰਲਡ ਦੇ ਵਿੱਚ ਕਿੰਨਾ ਰੈਂਕ ਹੈ, ਕਿਹੜੇ ਖੇਤਰ ਦੇ ਵਿੱਚ? ਵਿੰਡ ਪਾਵਰ ਦੇ ਵਿੱਚ। ਵਿੰਡ ਪਾਵਰ ਹਵਾ ਤੋਂ ਜਿਹੜੀ ਆਪਾਂ ਬਿਜਲੀ ਬਣਾਉਂਦੇ ਆ, ਉਹ ਵਿੰਡ ਪਾਵਰ ਕਪੈਸਿਟੀ ਕਿੰਨੀ ਹੈ ਇੰਡੀਆ ਦੀ? 1100 ਮੈਗਾਵਾਟ ਹੈ, ਜਿਹੜੀ ਕਿ ਪੂਰੇ ਵਰਲਡ ਦੇ ਵਿੱਚ 5ਵੇਂ ਰੈਂਕ ਤੇ ਆਉਂਦੀ ਹੈ। ਮਤਲਬ ਇੰਡੀਆ ਦੇ ਵਿੱਚ ਸੋਲਰ એનર્ਜੀ ਜਿਹੜੀ ਜਨਰੇਟ ਕੀਤੀ ਜਾ ਰਹੀ ਹੈ ਉਹ 5ਵੇਂ ਨੰਬਰ ਤੇ ਆਉਂਦੀ ਹੈ, ਆਪਣੇ ਤੋਂ ਅੱਗੇ 4 ਕੰਟਰੀ ਹੋਰ ਨੇ। 5th ਰੈਂਕ ਹੈ ਇੰਡੀਆ ਦਾ। The 28 million upgraded wood stoves and 2.75 million biogas plants are also developed in the country for rural use। 28 million 28 million ਅਪਗ੍ਰੇਡਡ ਵੁੱਡ ਸਟੋਵਸ ਜਿਹੜੇ ਅਪਗ੍ਰੇਡ ਕੀਤੇ ਹੋਏ, ਜਿਹੜੇ ਪੋਲਿਊਸ਼ਨ ਘੱਟ ਕਰਦੇ ਨੇ, ਹੈਲਥ ਨੂੰ ਘੱਟ ਰਿਸਕ ਦਿੰਦੇ ਨੇ, ਉਸ ਤਰ੍ਹਾਂ ਦੇ ਸਟੋਵ ਹੈ ਜਿਹੜੇ ਉਹ ਡਿਵੈਲਪ ਕੀਤੇ ਗਏ, ਵਿਕਸਿਤ ਕੀਤੇ ਗਏ। ਤੇ 2.75 ਮਿਲੀਅਨ, 3.25 ਮਿਲੀਅਨ ਬਾਇਓਗੈਸ ਪਲਾਂਟ ਨੇ ਜਿਹੜੇ ਉਹ ਡਿਵੈਲਪ ਕੀਤੇ ਗਏ, ਬਾਇਓਗੈਸ ਪਲਾਂਟਸ ਇਨ ਦਾ ਕੰਟਰੀ ਫॉर ਰੂਰਲ ਯੂਜ਼। ਦੇਸ਼ ਦੇ ਵਿੱਚ ਜਿਹੜੇ ਰੂਰਲ ਯੂਜ਼ ਦੇ ਲਈ, ਪੇਂਡੂ ਏਰੀਆ ਦੇ ਵਿੱਚ, ਪੇਂਡੂ ਹਲਕਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਯੂਜ਼ ਕਰਨ ਦੇ ਲਈ ਇਹ ਚੀਜ਼ ਡਿਵੈਲਪ ਕੀਤੀ ਗਈ ਕਿ 28 ਮਿਲੀਅਨ ਅਪਗ੍ਰੇਡਡ ਵੁੱਡ ਸਟੋਵ ਵਿਕਸਿਤ ਕੀਤੇ ਗਏ, 2.75 3.25 ਮਿਲੀਅਨ ਬਾਇਓਗੈਸ ਪਲਾਂਟ ਨੇ ਜਿਹੜੇ ਉਹ ਲਾਏ ਗਏ ਇਨ ਦਾ ਫੀਲਡ ਆਫ ਸੋਲਰ ਥਰਮਲ। ਇਹ ਯਾਦ ਰੱਖਣਾ ਵੀ ਆਪਾਂ ਟੌਪਿਕ ਕੀ ਕਰ ਰਹੇ ਹਾਂ? ਪ੍ਰੈਜੈਂਟ ਸਿਨਾਰੀਓ ਆਫ ਨਾਨ ਕਨਵੈਨਸ਼ਨਲ એનર્ਜੀ ਸੋਰਸਸ ਇਨ ਇੰਡੀਆ। ਇੰਡੀਆ ਦੇ ਵਿੱਚ ਪ੍ਰੈਜ਼ੈਂਟਲੀ ਹੁਣ ਅੱਜ ਦੀ ਡੇਟ ਦੇ ਵਿੱਚ ਕੀ ਸਟੇਟਸ ਹੈ, ਕਿਹੜਾ ਸੋਰਸ ਹੈ ਜਿਹੜਾ ਕਿੰਨੀ ਵਰਤੋਂ ਦੇ ਵਿੱਚ ਆ, ਔਰ ਕਿਹੜੇ ਸੋਰਸ ਤੋਂ ਕਿੰਨੀ ਊਰਜਾ ਇੰਡੀਆ ਦੇ ਵਿੱਚ ਬਣ ਰਹੀ ਹੈ, ਜਾਂ ਆਪਣਾ ਸਟੇਟਸ ਕੀ ਹੈ ਇੰਡੀਆ ਦਾ ਨਾਨ ਕਨਵੈਨਸ਼ਨਲ એનર્ਜੀ ਸੋਰਸ ਦੇ ਵਿੱਚ। ਇਹ ਪੜ੍ਹ ਰਹੇ ਆਪਾਂ। ਇਨ ਦਾ ਫੀਲਡ ਆਫ ਸੋਲਰ ਥਰਮਲ ਦੇ ਖੇਤਰ ਦੇ ਵਿੱਚ ਇਟ ਇਜ਼ ਮਾਰਚਿੰਗ ਕੰਟੀਨਿਊਸਲੀ ਅਹੈਡ। ਮਾਰਚਿੰਗ ਮਤਲਬ ਚੱਲ ਰਿਹਾ, ਅੱਗੇ ਵਧ ਰਿਹਾ, ਕੰਟੀਨਿਊਸਲੀ ਲਗਾਤਾਰ ਵਾਧਾ ਹੋ ਰਿਹਾ। ਅਹੈਡ ਮੀਨਸ ਅੱਗੇ ਨੂੰ, ਅੱਗੇ ਵੱਲ ਨੂੰ ਵਧ ਰਿਹਾ। ਟੂ ਹਾਰਵੈਸਟ ਮਚ ਮੋਰ એનર્ਜੀ। ਹਾਰਵੈਸਟ ਦਾ ਮਤਲਬ ਹੁੰਦਾ ਹੈ ਹਾਰਵੈਸਟ, ਕਲੈਕਟ ਕਰਨਾ। ਜਿਵੇਂ ਆਪਾਂ ਫਸਲ ਦੀ ਕਟਾਈ ਕਰਦੇ ਹਾਂ ਉਹਨੂੰ ਆਪਾਂ ਹਾਰਵੈਸਟ ਬੋਲਦੇ ਨੇ, ਐਂ ਆਪਾਂ ਜਦੋਂ ਸੋਲਰ એનર્ਜੀ ਨੂੰ ਕਲੈਕਟ ਕਰਦੇ ਹਾਂ, ਯੂਜ਼ ਕਰਦੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹਨੂੰ ਵੀ ਹਾਰਵੈਸਟਿੰਗ ਆਫ એનર્ਜੀ ਕਹਿੰਦੇ ਨੇ ਕਿ એનર્ਜੀ ਆਪਾਂ ਉਹ ਤੋਂ ਲੈ ਰਹੇ ਹਾਂ, ਉਹਦੀ ਜਿਹੜੀ એનર્ਜੀ ਹੈ ਯੂਜ਼ ਕਰ ਰਹੇ ਹਾਂ। ਸੋ in the field of solar thermal it is marching continuously ahead to harvest much more energy। The 140 megawatt integrated solar combined cycle project has been established at Mathania near Jodhpur in Rajasthan and is the largest solar plant in the world of this type। ਕਿ 140 ਮੈਗਾਵਾਟ ਦਾ ਇੰਟੀਗ੍ਰੇਟਡ ਸੋਲਰ ਕੰਬਾਈਨਡ ਸਾਈਕਲ ਪ੍ਰੋਜੈਕਟ ਹੈ ਜਿਹੜਾ, ਇੱਕ ਸੋਲਰ ਪ੍ਰੋਜੈਕਟ ਲਿਖ ਦਿਓ ਤੁਸੀਂ ਸਿੰਪਲੀ, ਇਹਦਾ ਪੂਰਾ ਨਾਮ ਨਾ ਲਿਖਿਓ। 140 ਮੈਗਾਵਾਟ ਸੋਲਰ ਪ੍ਰੋਜੈਕਟ ਹੈਜ਼ ਬੀਨ ਐਸਟੈਬਲਿਸ਼ਡ, ਸਥਾਪਿਤ ਕੀਤਾ ਗਿਆ ਕਿੱਥੇ? ਐਟ ਮਾਥਾਨੀਆ, ਇਹ ਕੋਈ ਦਾ ਨਾਮ ਹੈ ਜਗ੍ਹਾ ਦਾ, ਨੀਅਰ ਜੋਧਪੁਰ ਇਨ ਰਾਜਸਥਾਨ, ਰਾਜਸਥਾਨ ਦੇ ਵਿੱਚ। ਐਂਡ ਇਜ਼ ਦਾ ਲਾਰਜੈਸਟ ਸੋਲਰ ਪਲਾਂਟ, ਇਹ ਸਭ ਤੋਂ ਵੱਡਾ ਸੋਲਰ ਪਲਾਂਟ ਹੈ ਇਨ ਦਾ ਵਰਲਡ, ਦੁਨੀਆ ਦੇ ਵਿੱਚ, ਆਫ ਦਿਸ ਟਾਈਪ, ਇਸ ਕਿਸਮ ਦਾ ਜਿਹੜਾ ਇੰਟੀਗ੍ਰੇਟਡ ਸੋਲਰ ਕੰਬਾਈਨਡ ਸਾਈਕਲ ਪ੍ਰੋਜੈਕਟ ਹੈ, ਇਸ ਕਿਸਮ ਦਾ, ਜਿਹੜੇ ਇਸ ਕਿਸਮ ਦੇ ਦੁਨੀਆ ਦੇ ਵਿੱਚ ਪ੍ਰੋਜੈਕਟ ਕਿਤੇ ਵੀ ਲੱਗੇ ਹੈ, ਉਹ ਸਾਰਿਆਂ ਦੇ ਵਿੱਚੋਂ ਇੰਡੀਆ ਦੇ ਵਿੱਚ ਜਿਹੜਾ ਜੋਧਪੁਰ ਦੇ ਵਿੱਚ ਲੱਗਿਆ ਸੌਰੀ, ਉਹ ਲਾਰਜੈਸਟ ਪਲਾਂਟ ਹੈ, ਲਾਰਜੈਸਟ ਸੋਲਰ ਪਲਾਂਟ, ਇਹ ਯਾਦ ਕਰ ਲੈਣਾ। ਨੈਕਸਟ ਕੀ ਲਿਖਿਆ? ਆਲਸੋ ਇੰਡੀਆ ਇਜ਼ ਵਨ ਆਫ ਦਾ ਲੀਡਿੰਗ ਕੰਟਰੀਜ਼ ਇਨ ਦਾ ਵਰਲਡ, ਕਿ ਭਾਰਤ ਹੈ ਜਿਹੜਾ ਦੁਨੀਆ ਦੇ ਵਿੱਚ ਅੱਗੇ ਵਾਲੇ ਦੇਸ਼ਾਂ ਦੇ ਵਿੱਚ ਹੈ, ਲੀਡਿੰਗ ਕੰਟਰੀ ਹੈ, ਲੀਡ ਕਰ ਰਿਹਾ ਕਿਹੜੇ ਖੇਤਰ ਦੇ ਵਿੱਚ? ਟੂ ਪ੍ਰੋਡਿਊਸ ਫੋਟੋਵੋਲਟਿਕ ਸਿਸਟਮਸ ਇਨ
5 ਲੱਖ ਮੋਡਿਊਲਸ ਆਫ 39 ਮੈਗਾਵਾਟ ਕਪੈਸਿਟੀ। ਭਾਰਤ ਹੈ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਲੀਡ ਕਰ ਰਿਹਾ, ਸੰਸਾਰ ਦੇ ਵਿੱਚੋਂ ਲੀਡ ਕਰ ਰਿਹਾ ਕੀ ਪੈਦਾ ਕਰਨ ਦੇ ਲਈ? ਟੂ ਪ੍ਰੋਡਿਊਸ ਫੋਟੋਵੋਲਟਿਕ ਸਿਸਟਮ, ਸੋਲਰ એનર્ਜੀ ਨੂੰ ਕਲੈਕਟ ਕਰਨਾ। ਫੋਟੋਵੋਲਟਿਕ ਸਿਸਟਮ ਜਿਹੜੇ ਆਪਾਂ ਸੋਲਰ એનર્ਜੀ ਤੋਂ ਬਿਜਲੀ ਊਰਜਾ ਬਣਾਉਂਦੇ ਆ, ਉਹ ਸਿਸਟਮ ਨੂੰ ਡਿਵੈਲਪ ਕਰਨ ਦੇ, ਪ੍ਰੋਡਿਊਸ ਕਰਨ ਦੇ ਖੇਤਰ ਦੇ ਵਿੱਚ ਇੰਡੀਆ ਜਿਹੜਾ ਉਹ ਵੀ ਲੀਡ ਇਹਦੇ 'ਚ ਵੀ ਕਰ ਰਿਹਾ। 5 ਲੱਖ ਮੋਡਿਊਲਸ ਆਫ 39 ਮੈਗਾਵਾਟ ਕਪੈਸਿਟੀ ਇਸ ਰੇਟਿੰਗ ਦੇ ਨਾਲ, ਇਹ ਵੈਲਿਊ ਦੇ ਨਾਲ। ਡਿਊਰਿੰਗ ਦਾ 9th 5-year plan there is extra 1500 megawatt production energy from non-conventional sources and will accelerate to 24,000 megawatt by 2012 as per the reports of Ministry of Non-Conventional Energy Sources। ਹਰੇਕ 5 ਸਾਲਾਂ ਬਾਅਦ ਆਪਣਾ ਪਲਾਨ ਬਣਦਾ, ਠੀਕ ਹੈ, ਪਲਾਨ ਬਣਦਾ 5 ਸਾਲਾਂ ਦਾ। ਇੰਡੀਆ ਗਵਰਨਮੈਂਟ ਦੇ ਵੱਲੋਂ 5 ਸਾਲਾ ਯੋਜਨਾ ਬਣਾਈ ਜਾਂਦੀ ਹੈ ਹਰੇਕ 5 ਸਾਲ ਬਾਅਦ, ਕਿ ਅਗਲੇ ਆਉਣ ਵਾਲੇ 5 ਸਾਲਾਂ ਦੇ ਵਿੱਚ ਕੀ ਕਰਨਾ ਇੰਡੀਆ ਨੇ, ਹਨਾ, ਆਪਾਂ ਕੀ ਕਰਨ ਜਾ ਰਹੇ ਹਾਂ, ਕਿਹੜੇ ਖੇਤਰ ਦੇ ਵਿੱਚ ਕੀ ਆਪਾਂ ਜਿਹੜੀ ਡਿਵੈਲਪਮੈਂਟ ਕਰਨੀ ਹੈ, ਕਿਹੜੇ ਖੇਤਰ ਦੇ ਵਿੱਚ ਕੀ ਕੰਮ ਕਰਨਾ, ਕੀ ਪਲੈਨਿੰਗ ਹੈ, ਕੀ ਹੈ। ਉਹ ਸਾਰੀ 5 ਸਾਲਾਂ ਦੀ ਯੋਜਨਾ ਜਿਹੜੀ, ਉਹਦੇ ਵਿੱਚ ਜਿਹੜਾ ਸਾਰੇ ਖੇਤਰਾਂ ਦੇ ਜਿਹੜੇ ਡਿਟੇਲਸ ਨੇ ਉਹ ਲਿਖੀਆਂ ਹੁੰਦੀਆਂ ਨੇ। ਡਾਊਨਲੋਡ ਵੀ ਕਰ ਸਕਦੇ ਹੋ ਤੁਸੀਂ ਨੈਟ ਤੋਂ ਕਿਸੇ ਵੀ ਪਲਾਨ ਨੂੰ। 9th ਜਿਹੜਾ 5-year ਪਲਾਨ ਹੈ, 9th 5-year ਪਲਾਨ, ਹੁਣ ਤਾਂ ਇਸ ਤੋਂ ਬਾਅਦ ਅਗਲੇ ਵੀ ਆ ਗਏ ਹੋਣੇ। ਇੰਡੀਪੈਂਡੈਂਸ ਤੋਂ ਬਾਅਦ 1947 ਤੋਂ ਬਾਅਦ ਜਿਹੜੇ ਵੀ ਪਲਾਨ ਨੇ, ਇਹ 5 ਸਾਲਾ ਯੋਜਨਾਵਾਂ ਨੇ, 5 ਸਾਲਾਂ ਦਾ ਪਲਾਨ ਹੈ। ਉਹ 9th ਪਲਾਨ ਦੇ ਅਕੋਰਡਿੰਗਲੀ ਕਿ ਡਿਊਰਿੰਗ ਦਾ 9th 5-year ਪਲਾਨ, ਜਿਹੜੀ 9ਵੇਂ 5 ਸਾਲਾ ਯੋਜਨਾ ਦੇ ਵਿੱਚ ਦੇਰ ਇਜ਼ ਐਕਸਟਰਾ 1500 ਮੈਗਾਵਾਟ ਪ੍ਰੋਡਕਸ਼ਨ ਐਨਰਜੀ। ਉਹਦੇ ਵਿੱਚ ਇਹ ਪ੍ਰਪੋਜ਼ਲ ਸੀਗਾ ਕਿ 1500 ਮੈਗਾਵਾਟ ਐਨਰਜੀ ਹੋਰ ਪੈਦਾ ਕਰਨੀ ਹੈ। ਕਿੱਥੋਂ? ਫਰੋਮ ਨਾਨ ਕਨਵੈਨਸ਼ਨਲ ਰਿਸੋਰਸ, ਨਾਨ ਕਨਵੈਨਸ਼ਨਲ ਐਨਰਜੀ ਸੋਰਸਿਸ ਤੋਂ, ਐਂਡ ਵਿਲ ਐਕਸਲਰੇਟ ਟੂ 24,000 ਮੈਗਾਵਾਟ ਬਾਏ 2012। ਇਹ ਤੇ ਪੁਰਾਣਾ ਹੈ ਡਾਟਾ ਹੈਗਾ ਆਪਣੇ ਕੋਲ, 2012 ਤੱਕ 24,000 ਮੈਗਾਵਾਟ ਹੋ ਜੂ। ਪਰ ਇਸ ਤੋਂ ਬਾਅਦ ਤਾਂ ਹੁਣ 11 ਸਾਲ ਉੱਪਰ ਹੋਰ ਲੰਘ ਗਏ, 2023 ਚੱਲ ਰਿਹਾ ਹੈ। ਸੋ ਇੱਥੇ ਆਪਾਂ ਕੀ ਹੈ, ਲੇਟੈਸਟ ਡਾਟਾ ਕੋਈ ਲਿਖਾਂਗੇ ਜੇ ਆਪਾਂ ਨੂੰ ਮਿਲਿਆ, ਨਹੀਂ ਆਪਾਂ ਇਹਨੂੰ ਲਾਈਨ ਨੂੰ ਕਿਸੇ ਹੋਰ ਤਰੀਕੇ ਚੇਂਜ ਕਰ ਲਵਾਂਗੇ। ਇੱਕ ਵਾਰੀ ਤੁਸੀਂ ਇਹ ਯਾਦ ਕਰ ਲੈਣਾ, ਇਹ 2012 ਨਹੀਂ ਆਊਗਾ ਇੱਥੇ, ਇਹ ਤਾਂ ਪਾਸਟ ਹੋ ਗਿਆ। As per the reports of Ministry and Non-Conventional Energy Sources, Ministry of Non-Conventional Energy Sources ਦੀਆਂ ਰਿਪੋਰਟਾਂ ਦੇ ਮੁਤਾਬਕ ਕਿ ਇਹ ਜਿਹੜਾ ਆਪਣੇ ਕੋਲ 1500 ਮੈਗਾਵਾਟ ਐਕਸਟਰਾ ਹੋ ਜਾਊਗਾ 9th ਪਲਾਨ ਦੇ ਅਕੋਰਡਿੰਗਲੀ, ਤਾਂ ਕੀ ਕਰੂਗਾ, ਹੈ ਐਕਸਲਰੇਟ ਕਰੂਗਾ, ਵਾਧਾ ਕਰੂਗਾ। ਕਿੱਥੇ ਤੱਕ ਪਹੁੰਚ ਜੂ ਵੈਲਿਊ ਫਿਰ ਆਪਣੀ? 24,000 ਮੈਗਾਵਾਟ ਤੱਕ 2012 ਤੱਕ। Significant progress has also been recorded। ਅੱਗੇ ਕੀ ਲਿਖਿਆ? Significant, ਮਹੱਤਵਪੂਰਨ, ਕਾਫੀ ਸਾਰੀ। ਪ੍ਰੋਗਰੈਸ ਮੀਨਸ ਪ੍ਰੋਗਰੈਸ, ਤਰੱਕੀ। ਹੈਜ਼ ਆਲਸੋ ਬੀਨ ਰਿਕਾਰਡਡ, ਇਹ ਵੀ ਨੋਟ ਕੀਤੀ ਗਈ, ਰਿਕਾਰਡ ਕੀਤੀ ਗਈ। ਕਿਹੜੇ ਖੇਤਰ ਦੇ ਵਿੱਚ? ਇਨ ਦਾ ਫੀਲਡ ਆਫ ਫਿਊਲ ਸੈੱਲ ਟੈਕਨੋਲੋਜੀ ਇਨ ਇੰਡੀਆ। ਫਿਊਲ ਸੈੱਲ ਨੇ ਜਿਹੜੇ ਉਹ ਵੀ ਡਿਵੈਲਪ ਕੀਤੇ ਗਏ। ਫਿਊਲ ਸੈੱਲ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਜਿਹੜੀ ਸਿਗਨੀਫੀਕੈਂਟ ਪ੍ਰੋਗਰੈਸ ਹੈ ਉਹ ਹੋਈ ਹੈ, ਮਹੱਤਵਪੂਰਨ ਤਰੱਕੀ ਹੋਈ ਹੈ। ਪਹਿਲਾਂ ਆਪਾਂ ਸੋਲਰ ਦੀ ਗੱਲ ਕਰ ਰਹੇ ਹਾਂ, ਉੱਪਰ ਆਪਾਂ ਵਿੰਡ ਪਾਵਰ ਦੀ ਗੱਲ ਕੀਤੀ ਪਹਿਲਾਂ ਪਹਿਲੀ ਲਾਈਨ 'ਚ, ਫਿਰ ਆਪਾਂ ਬਾਇਓ ਗੈਸ ਪਲਾਂਟਸ ਦੀ ਗੱਲ ਕੀਤੀ, ਫਿਰ ਅਗਲੇ ਦੇ ਵਿੱਚ ਸੋਲਰ ਦੀ ਗੱਲ ਕੀਤੀ, ਫਿਰ ਹੁਣ ਇਸ ਲਾਈਨ ਦੇ ਵਿੱਚ ਆਪਾਂ ਫਿਊਲ ਸੈੱਲ ਦੀ ਗੱਲ ਕਰ ਰਹੇ ਹਾਂ। ਅਲੱਗ-ਅਲੱਗ ਸੋਰਸਿਸ ਦੀ ਸਟੇਟਸ ਦੱਸ ਰਹੇ ਹਾਂ, ਇੰਡੀਆ ਦਾ ਕੀ ਹੈ, ਪ੍ਰੈਜੈਂਟ ਸਿਨੈਰੀਓ ਕੀ ਹੈ। ਸੋ ਸਿਗਨੀਫੀਕੈਂਟ ਪ੍ਰੋਗਰੈਸ ਹੈ ਜਿਹੜੀ ਉਹ ਫਿਊਲ ਸੈੱਲ ਟੈਕਨੋਲੋਜੀ ਦੇ ਵਿੱਚ ਵੀ ਹੋਈ ਇੰਡੀਆ ਦੇ ਵਿੱਚ। The projected requirement of commercial energy in India is likely to grow at the rate of 6.4%। 6.4% ਜਿਹੜੀ ਕਮਰਸ਼ੀਅਲ ਐਨਰਜੀ ਦੀ ਰਿਕੁਆਇਰਮੈਂਟਸ ਨੇ ਉਹ ਪ੍ਰੋਜੈਕਟਡ ਹੈ 6.4%। The commercial demands of India will be highest in the coming decade in the world for sustainable economic growth, rise in economic level and living standards। ਕਿ ਇੰਡੀਆ ਦੇ ਜਿਹੜੇ ਇਕਨੋਮਿਕ ਗਰੋਥ ਹੈ, ਆਰਥਿਕ ਵਿਕਾਸ ਹੈ, ਰਾਈਜ਼ ਇਨ ਇਨਕਮ, ਜਿਹੜੀ ਇਨਕਮ ਦੇ ਵਿੱਚ ਵਾਧਾ ਰਾਈਜ਼ ਹੋਣਾ ਹੈ, ਲਿਵਿੰਗ ਸਟੈਂਡਰਡ ਦੇ ਵਿੱਚ ਵਾਧਾ ਹੋਣਾ, ਆਪਣੇ ਜਿਹੜਾ ਲਾਈਫ ਸਟਾਈਲ ਹੈ ਉਹ ਇੰਪਰੂਵ ਹੋਣਾ ਲੋਕਾਂ ਦਾ, ਤਾਂ ਉੱਥੇ ਕੀ ਕਮਰਸ਼ੀਅਲ ਡਿਮਾਂਡਸ ਆਫ ਇੰਡੀਆ ਵਿਲ ਬੀ ਹਾਈਐਸਟ ਇਨ ਦਾ ਕਮਿੰਗ ਡਿਕੇਡ। ਆਉਣ ਵਾਲੇ ਦਹਾਕੇ ਦੇ ਵਿੱਚ, ਕਮਿੰਗ ਡਿਕੇਡ, ਡਿਕੇਡ ਦਾ ਮਤਲਬ ਦਹਾਕਾ, 10 ਸਾਲਾਂ ਦਾ ਟਾਈਮ ਕਹਿੰਦੇ ਨੇ। ਆਉਣ ਵਾਲੇ ਦਹਾਕੇ ਦੇ ਵਿੱਚ ਪੂਰੇ ਸੰਸਾਰ ਦੇ ਵਿੱਚੋਂ ਇੰਡੀਆ ਦੀ ਜਿਹੜੀ ਭਾਰਤ ਦੀਆਂ ਕਮਰਸ਼ੀਅਲ ਡਿਮਾਂਡਸ ਨੇ, ਵਪਾਰਕ ਪੱਧਰ ਤੇ ਜਿਹੜੀ ਊਰਜਾ ਦੀਆਂ ਲੋੜਾਂ ਨੇ ਉਹ ਹਾਈਐਸਟ ਹੋਣਗੀਆਂ ਦੁਨੀਆ ਦੇ ਵਿੱਚੋਂ, ਹਾਈਐਸਟ, ਮੈਕਸੀਮਮ।